ਤੁਸੀਂ ਵੇਖ ਰਹੇ ਹੋ ਵਰਲਡ ਨਿਊਜ਼। ਮੈਂ ਹਾਂ ਭਲਿੰਦਰ ਸਿੰਘ ਗਰਮਾਨੀ ਤੇ ਮੈਂ ਹਾਂ ਮਨਵਿੰਦਰ ਕੌਰ। ਸਭ ਤੋਂ ਪਹਿਲਾਂ ਵੇਖ ਲੈਂਦੇ ਹਾਂ ਹੁਣ ਤੱਕ ਦੀਆਂ ਖਾਸ ਖਬਰਾਂ। ਵਰਜੀਨੀਆ ਵਿੱਚ ਇੱਕ ਸ਼ਾਪਿੰਗ ਸੈਂਟਰ ਵਿੱਚ ਜ਼ੋਰਦਾਰ ਧਮਾਕੇ ਕਾਰਨ 5 ਲੋਕ ਹੋਏ ਜ਼ਖਮੀ। 3 ਕਾਲਜ ਦੇ ਵਿਦਿਆਰਥੀ ਵੀ ਜ਼ਖਮੀਆਂ ਵਿੱਚ ਸ਼ਾਮਲ। ਕਈ ਦੁਕਾਨਾਂ ਦਾ ਹੋਇਆ ਵੱਡਾ ਨੁਕਸਾਨ। ਅਮਰੀਕਾ ਦੀਆਂ ਰਾਸ਼ਟਰਪਤੀ ਚੋਣਾਂ ਵਿੱਚ 52 ਲੱਖ ਅਮਰੀਕੀ ਲੋਕ ਨਹੀਂ ਪਾ ਸਕਣਗੇ ਆਪਣੀ ਵੋਟ। ਕਈ ਲੋਕਾਂ ਨੇ ਗੰਭੀਰ ਅਪਰਾਧੀ ਕਈ ਜੇਲ੍ਹਾਂ ਵਿੱਚ ਬੰਦ ਹੋਣ ਕਾਰਨ ਨਹੀਂ ਮਿਲਿਆ ਵੋਟ ਪਾਉਣ ਦਾ ਅਧਿਕਾਰ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੋਵਿਡ-19 ਨਾਲ ਲੜਾਈ ਲੜਨ ਦੀਆਂ ਕੋਸ਼ਿਸ਼ਾਂ ਜਾਰੀ ਰੱਖਣ ਦੀ ਕਹੀ ਗੱਲ। ਸਭ ਸੂਬਿਆਂ ਦੇ ਪ੍ਰੀਮੀਅਰਸ ਨਾਲ ਕੀਤੀ ਖਾਸ ਮੀਟਿੰਗ। ਅਤੇ ਨਿਊਜ਼ੀਲੈਂਡ ਵਿੱਚ ਇੱਕ ਵਾਰ ਫਿਰ ਜੈਸਿੰਡਾ ਪ੍ਰਧਾਨ ਮੰਤਰੀ ਦੀ ਕੁਰਸੀ ਤੇ ਬੈਠਣ ਲਈ ਤਿਆਰ। ਲੇਬਰ ਪਾਰਟੀ ਨੂੰ 48.9% ਤੇ ਕੁੱਲ 64 ਸੀਟਾਂ ਨਾਲ ਇਤਿਹਾਸਿਕ ਜਿੱਤ ਹੋਈ ਹਾਸਲ। ਤੇ ਹੁਣ ਕਰਦੇ ਹਾਂ ਬੁਲੇਟਿਨ ਦਾ ਆਗਾਜ਼। ਸਭ ਤੋਂ ਪਹਿਲੀ ਖਬਰ ਲੈਣੇ ਅਮਰੀਕਾ ਦੇ ਵਰਜੀਨੀਆ ਤੋਂ, ਜਿੱਥੇ ਕਿ ਇੱਕ ਸ਼ਾਪਿੰਗ ਸੈਂਟਰ ਵਿੱਚ ਜ਼ੋਰਦਾਰ ਧਮਾਕਾ ਹੋਣ ਨਾਲ ਘੱਟੋ-ਘੱਟ 5 ਲੋਕ ਜ਼ਖਮੀ ਹੋ ਗਏ, ਜਿਨ੍ਹਾਂ ਵਿੱਚੋਂ 3 ਕਾਲਜ ਦੇ ਵਿਦਿਆਰਥੀ ਨੇ। ਦੱਸਿਆ ਜਾ ਰਿਹਾ ਹੈ ਕਿ ਸਥਾਨਕ ਸਮੇਂ ਮੁਤਾਬਕ ਸ਼ਨੀਵਾਰ ਸਵੇਰੇ 2 ਮੰਜ਼ਿਲਾ ਸ਼ਾਪਿੰਗ ਸੈਂਟਰ ਵਿੱਚ ਇਹ ਧਮਾਕਾ ਹੋਇਆ। ਇਹ ਜੇਮਸ ਮੈਡੀਸਨ ਯੂਨੀਵਰਸਿਟੀ ਦੇ ਬਲਾਕ ਦੇ ਨੇੜੇ ਹੈ, ਜਿੱਥੇ ਕਾਫੀ ਨੁਕਸਾਨ ਵੇਖਣ ਨੂੰ ਮਿਲਿਆ। ਦੱਸਿਆ ਜਾ ਰਿਹਾ ਹੈ ਕਿ 2 ਹੋਰ ਵਪਾਰਕ ਸੰਸਥਾਵਾਂ ਵਿੱਚ ਅੱਗ ਲੱਗਣ ਦੇ 3 ਅਲਾਰਮ ਵੱਜੇ। ਜ਼ਖਮੀ ਹੋਏ ਵਿਦਿਆਰਥੀਆਂ ਨੂੰ ਘਟਨਾ ਵਾਲੀ ਥਾਂ ਤੇ ਹੀ ਮੈਡੀਕਲ ਮਦਦ ਦਿੱਤੀ ਗਈ। ਪਰ ਇੱਕ ਹਸਪਤਾਲ ਲਿਜਾਣਾ ਪਿਆ। ਪਰ ਆਖਰ ਕਿਹਨਾਂ ਕਾਰਨਾਂ ਕਰਕੇ ਇਹ ਧਮਾਕਾ ਹੋਇਆ, ਇਸ ਦੀ ਜਾਂਚ ਜ਼ਰੂਰ ਕੀਤੀ ਜਾ ਰਹੀ ਹੈ। ਗੌਰਤਲਬ ਹੈ ਕਿ ਧਮਾਕੇ ਕਾਰਨ ਵੇਪ ਸ਼ਾਪ, ਮਿਊਜ਼ੀਕਲ ਇੰਸਟਰੂਮੈਂਟਲ ਸਟੋਰ ਅਤੇ ਫਿਰ ਇੱਕ ਰਿਕਾਰਡਿੰਗ ਸਟੂਡੀਓ ਨੂੰ ਵੀ ਕਾਫੀ ਨੁਕਸਾਨ ਪਹੁੰਚਿਆ। ਧਮਾਕੇ ਦਾ ਅਸਰ ਇਮਾਰਤ ਦੀਆਂ ਹੋਰਨਾਂ ਥਾਵਾਂ ਤੇ ਵੀ ਵੇਖਣ ਨੂੰ ਮਿਲਿਆ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੀ ਚੋਣ ਮੁਹਿੰਮ ਵਿੱਚ ਇਲਹਾਨ ਉਮਰ ਤੇ ਆਪਣੇ ਹੀ ਭਰਾ ਨਾਲ ਵਿਆਹ ਕਰਨ ਅਤੇ ਗੈਰ ਕਾਨੂੰਨੀ ਰੂਪ ਨਾਲ ਅਮਰੀਕਾ ਵਿੱਚ ਦਾਖਲ ਕਰਨ ਦਾ ਝੂਠਾ ਦੋਸ਼ ਲਗਾਇਆ। ਜੀ ਹਾਂ, ਰਾਸ਼ਟਰਪਤੀ ਟਰੰਪ ਨੇ ਚੋਣ ਰੈਲੀ ਵਿੱਚ ਮਿਨੀਸੋਟਾ ਕਾਂਗਰਸ ਵੂਮਨ ਇਲਹਾਨ ਉਮਰ ਵਿਰੁੱਧ ਨਸਲਵਾਦੀ ਹਮਲਾ ਕਰਦਿਆਂ ਹੋਇਆ ਉਹਨਾਂ ਤੇ ਅਮਰੀਕਾ ਨਾਲ ਨਫ਼ਰਤ ਕਰਨ ਦਾ ਵੀ ਦੋਸ਼ ਲਗਾਇਆ। ਰਾਸ਼ਟਰਪਤੀ ਨੇ ਰੈਲੀ ਵਿੱਚ ਨਿਆਂ ਵਿਭਾਗ ਤੋਂ ਜਾਂਚ ਦੀ ਮੰਗ ਕਰਦੇ ਹੋਏ ਕਿਹਾ ਕਿ ਇਲਹਾਨ ਉਮਰ ਨੇ ਆਪਣੇ ਹੀ ਭਰਾ ਨਾਲ ਵਿਆਹ ਕੀਤਾ ਅਤੇ ਗੈਰ ਕਾਨੂੰਨੀ ਤੌਰ ਤੇ ਅਮਰੀਕਾ ਆ ਕੇ ਵਸ ਗਈ ਹੈ। ਕਈ ਸੱਜੇ ਪੱਖੀ ਇਹ ਦਾਅਵਾ ਕਰਦੇ ਰਹੇ ਨੇ ਕਿ ਇਲਹਾਨ ਉਮਰ ਦੇ ਸਾਬਕਾ ਪਤੀ ਅਹਿਮਦ ਨੂਰ ਸਈਦ ਐਲਮੀ ਅਸਲ ਵਿੱਚ ਉਹਨਾਂ ਦੇ ਭਰਾ ਹੀ ਸਨ ਅਤੇ ਫਿਰ ਉਹਨਾਂ ਨੇ ਸਾਲ 2009 ਵਿੱਚ ਦੋਵਾਂ ਨੇ ਵਿਆਹ ਰਚਾ ਲਿਆ ਸੀ ਤਾਂ ਕਿ ਉਹ ਅਮਰੀਕਾ ਵਿੱਚ ਆ ਕੇ ਵਸ ਸਕਣ। ਅਮਰੀਕਾ ਵਿੱਚ ਅਗਲੇ ਮਹੀਨੇ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਵਿੱਚ 52 ਲੱਖ ਅਮਰੀਕੀ ਲੋਕ ਵੋਟ ਨਹੀਂ ਪਾ ਸਕਣਗੇ। ਦੱਸਿਆ ਜਾ ਰਿਹਾ ਹੈ ਕਿ ਇਹ ਲੋਕ ਗੰਭੀਰ ਅਪਰਾਧੀ ਨੇ, ਜਿਨ੍ਹਾਂ ਵਿੱਚੋਂ 1/4 ਜੇਲ੍ਹ ਵਿੱਚ ਬੰਦ ਨੇ ਅਤੇ 10% ਦੀ ਪੈਰੋਲ ਤੇ ਨੇ। ਉੱਥੇ ਹੀ 43% ਅਪਰਾਧੀ ਆਪਣੀ ਸਜ਼ਾ ਪੂਰੀ ਕਰ ਚੁੱਕੇ ਨੇ, ਪਰ ਹੁਣ ਤੱਕ ਉਹਨਾਂ ਦੇ ਵੋਟ ਪਾਉਣ ਦਾ ਅਧਿਕਾਰ ਬਹਾਲ ਨਹੀਂ ਹੋ ਪਾਇਆ। ਇਨ੍ਹਾਂ ਅਪਰਾਧੀਆਂ ਵਿੱਚ ਵੱਡੀ ਗਿਣਤੀ ਗੈਰ ਗੋਰੇ ਲੋਕਾਂ ਦੀ ਹੈ, ਜੋ ਦੱਖਣੀ ਅਮਰੀਕਾ ਵਿੱਚ ਡੈਮੋਕ੍ਰੇਟ ਦਾ ਮਜ਼ਬੂਤ ਗੜ੍ਹ ਹੈ। ਲਿਹਾਜ਼ਾ ਪਾਰਟੀ ਨੂੰ ਇਹਨਾਂ ਲੋਕਾਂ ਦੀ ਵੋਟ ਤੋਂ ਵਾਂਝ ਹੀ ਰਹਿਣਾ ਪੈ ਸਕਦਾ ਹੈ। ਚੀਨ ਅਤੇ ਅਮਰੀਕਾ ਦੇ ਵਿੱਚ ਚੀਨੀ ਫੌਜ ਨਾਲ ਜੁੜਿਆ ਵਿਵਾਦ ਵਧਦਾ ਜਾ ਰਿਹਾ ਹੈ। ਚੀਨ ਨੇ ਅਮਰੀਕਾ ਨੂੰ ਚੇਤਾਵਨੀ ਦਿੱਤੀ ਹੈ ਕਿ ਉਹ ਅਮਰੀਕਾ ਦੇ ਨਿਆਂ ਵਿਭਾਗ ਵੱਲੋਂ ਚੀਨੀ ਫੌਜ ਨਾਲ ਜੁੜੇ ਵਿਦਵਾਨਾਂ ਦੇ ਖਿਲਾਫ ਮਾਮਲਾ ਚਲਾਏ ਜਾਣ ਤੇ ਆਪਣੇ ਮੁਲਕ ਵਿੱਚ ਰਹਿ ਰਹੇ ਅਮਰੀਕਾ ਨਾਗਰਿਕਾਂ ਨੂੰ ਹਿਰਾਸਤ ਵਿੱਚ ਲਿਆ ਸਕਦਾ। ਜੀ ਹਾਂ, ਦੱਸਿਆ ਜਾ ਰਿਹਾ ਹੈ ਕਿ ਚੀਨੀ ਅਧਿਕਾਰੀ ਕਈ ਮਾਧਿਅਮਾਂ ਨਾਲ ਅਮਰੀਕੀ ਸਰਕਾਰ ਦੇ ਅਧਿਕਾਰੀਆਂ ਨੂੰ ਇਸ ਸੰਬੰਧ ਵਿੱਚ ਚੇਤਾਵਨੀ ਦੇ ਚੁੱਕੇ ਨੇ, ਜਦਕਿ ਚੀਨ ਨੇ ਸੰਦੇਸ਼ ਦਿੱਤਾ ਹੈ ਕਿ ਅਮਰੀਕਾ ਨੂੰ ਚੀਨੀ ਅਧਿਕਾਰੀਆਂ ਦੇ ਖਿਲਾਫ ਅਮਰੀਕੀ ਕੋਰਟ ਵਿੱਚ ਚੱਲ ਰਹੇ ਮੁਕੱਦਮੇ ਨੂੰ ਖਤਮ ਕਰਨਾ ਚਾਹੀਦਾ। ਨਹੀਂ ਤਾਂ ਚੀਨ ਵਿੱਚ ਰਹਿ ਰਹੇ ਅਮਰੀਕੀ ਨਾਗਰਿਕ ਚੀਨੀ ਕਾਨੂੰਨਾਂ ਦੀ ਉਲੰਘਣਾ ਦੇ ਦੋਸ਼ ਵਿੱਚ ਦੋਸ਼ੀ ਪਾਏ ਜਾ ਸਕਦੇ ਨੇ। ਤੇ ਹੁਣ ਗੱਲ ਕਰਦੇ ਹਾਂ ਕੈਨੇਡਾ ਦੀ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕਹਿਣਾ ਹੈ ਕਿ ਕੋਵਿਡ-19 ਨਾਲ ਲੜਾਈ ਲੜਨ ਲਈ ਪੂਰੀ ਟੀਮ ਸਮੇਤ ਕੈਨੇਡਾ ਦੀਆਂ ਕੋਸ਼ਿਸ਼ਾਂ ਜਾਰੀ ਨੇ। ਉਹਨਾਂ ਨੇ ਕਿਹਾ ਕਿ ਕੋਵਿਡ-19 ਦੇ ਪਹਿਲੇ ਦਿਨ ਤੋਂ ਹੀ ਸਰਕਾਰ ਦਾ ਮਕਸਦ ਲੋਕਾਂ ਦੀ ਸੁਰੱਖਿਆ ਨੂੰ ਮੁੱਖ ਰੱਖਣਾ ਸੀ ਅਤੇ ਹੁਣ ਫੇਜ਼ ਦੌਰਾਨ ਇਹ ਵਰਤਾਰਾ ਨਿਰੰਤਰ ਚੱਲ ਰਿਹਾ ਹੈ। ਉਹਨਾਂ ਇਹ ਵੀ ਦੱਸਿਆ ਕਿ ਬੀਤੇ ਦਿਨੀ ਸਭ ਸੂਬਿਆਂ ਦੇ ਪ੍ਰੀਮੀਅਰਸ ਨਾਲ ਖਾਸ ਮੀਟਿੰਗ ਕੀਤੀ ਗਈ ਸੀ, ਜਿਸ ਵਿੱਚ ਲੋਕਾਂ ਦੀਆਂ ਮੁਸ਼ਕਿਲਾਂ ਅਤੇ ਕੋਰੋਨਾ ਵਾਇਰਸ ਦੀ ਸਥਿਤੀ ਬਾਰੇ ਜਾਣਨਾ ਪਾਇਆ ਗਿਆ। Fighting COVID-19 is a Team Canada effort. Right from day one, we've been working with all orders of government to keep people safe. And during this second wave, that's exactly what we'll continue to do. Yesterday, I had my 20th First Minister's meeting with the Premiers to discuss what Canadians need for the weeks and months to come. To begin with, it's vital that frontline workers have access to personal protective equipment. To date, the federal government has shipped almost 190 million pieces of PPE to the provinces and territories. At the same time, we're providing support staff who can make over 14,000 contact tracing calls a day.
We're also ramping up our testing at national labs across the country to help the provinces and territories with their surge capacity. In this second wave, just like in the first, our government stands ready to help our partners across the country keep Canadians safe. Isn't just a health crisis, it's an economic one too. Workers and businesses across the country need support during this tough time. The fact is that the second wave has the potential to hit people really hard. So we're going to keep stepping up to help. Last week, I announced that we were creating the new Canada Emergency Rent Subsidy, which provides direct rent support to tenants. This is in addition to the extension of the wage subsidy and the expansion of the Canada Emergency Business Account. These programs have been and will continue to be a lifeline for small business owners. Just take Amarjeet Chanduk, who owns Taza Express in Brampton. When the pandemic first hit, Amarjeet worried about whether his business would survive. But by using the wage subsidy, the rent support program, and the Canada Emergency Business Account, he was able to keep his employees on the payroll and the lights on. We'll continue to be there for people like Amarjeet and for small businesses right across the country that create good jobs and make our communities stronger. In our fight against COVID-19, we need all the tools we can get. With over 4.5 million downloads, the free COVID Alert app is a powerful way to keep yourself and your loved ones safe. If you download the app and come into contact with a person who then tests positive for COVID-19 and also has the app, it will alert you to take action. This helps you to do your part to stop the transmission of this virus. That's why 8 provinces now have the app fully up and running, and we'll continue to work with Alberta and BC to get them to come on board too. If you haven't already, I encourage you to go to the App Store or Google Play and download the app for free. We must keep taking the fight against COVID-19 seriously. This pandemic is still a very real threat. For several weeks, you've been hearing me, the premiers, and public health officials urging everyone to double down on what we know works to flatten the curve and beat this second wave. Frankly, the numbers are still too high, and that has real consequences. ਇਸ ਦੇ ਨਾਲ ਹੀ ਕੈਨੇਡਾ ਦੇ ਫੈਡਰਲ ਮਿਨਿਸਟਰ ਮਾਰਕ ਮਿਲਰ ਨੇ ਆਪਣੇ ਹਮਰੁਤਬਾ ਪ੍ਰੋਵਿੰਸ਼ੀਅਲ ਮੰਤਰੀਆਂ ਦੇ ਨਾਲ ਇੱਕ ਐਮਰਜੈਂਸੀ ਮੀਟਿੰਗ ਕੀਤੀ ਹੈ ਜਿਸ ਤੋਂ ਬਾਅਦ ਉਹਨਾਂ ਨੇ ਪੱਤਰਕਾਰਾਂ ਨੂੰ ਸੰਬੋਧਨ ਕੀਤਾ ਤੇ ਨਾਲ ਹੀ ਉਹਨਾਂ ਨੇ ਇਸ ਬਾਰੇ ਇੱਕ ਪਹਿਲੂ ਤੇ ਚਾਨਣਾ ਪਾਉਂਦੇ ਹੋਏ ਦੱਸਿਆ ਕਿ ਸਿਹਤ ਪ੍ਰਣਾਲੀ ਵਿੱਚ ਵੀ ਨਸਲਵਾਦ ਵਰਗੀਆਂ ਗੱਲਾਂ ਸਾਹਮਣੇ ਆ ਰਹੀਆਂ ਨੇ ਇਨ੍ਹਾਂ ਸਮੱਸਿਆਵਾਂ ਦੇ ਹੱਲ ਲਈ ਇਹ ਮੀਟਿੰਗ ਬੁਲਾਈ ਗਈ ਸੀ Really, and we're talking here about the most well-educated, most intelligent group of people are still being subject to systemic racism, and the testimony of Dr. Marilyn Cook of her medical experience and training in the 80s is no different than Dr. Kay Doname, who's now at the Cleveland Clinic, a brilliant Inuk doctor. And those are the medical students, and it still goes on. So a lot of the focus today was on the medical professions, and rightly so. But I think the reminder also is that the responsibility lies with us, the federal government, as well as with provincial and territorial entities who have direct jurisdiction over a large part of the healthcare services in Canada. So, sur ce, je passe la parole à la Miss Bennett, Dr. Bennett, et ensuite à la Miss Haidou. Merci. I think Minister Haidou, you should go next. All right. Can people see and hear me now? Okay, great. Thank you. Well, thank you very much. Listen, as Minister Miller has said, it's always a very powerful experience to be trusted to hear these very personal experiences, and there's so much to reflect on. I have a deep gratitude to all speakers who shared fearlessly about their personal experiences of racism in the healthcare system and in the healthcare education process. And despite many barriers, as Minister Miller said, Canada is so fortunate to have these excellent leaders across our country who are tirelessly acting for change. Early in my career, I interviewed people about substance use issues in my community, and the healthcare system came up repeatedly as a Ontario ਦੇ ਪ੍ਰੀਮੀਅਰ ਡਗ ਫੋਰਡ ਨੇ ਮਿਸੀਸਾਗਾ ਵਿੱਚ ਪੱਤਰਕਾਰਾਂ ਨੂੰ ਖਾਸ ਤੌਰ ਤੇ ਸੰਬੋਧਨ ਕੀਤਾ ਜਿਸ ਦੌਰਾਨ ਉਹਨਾਂ ਨੇ ਦੱਸਿਆ ਕਿ ਗਲੋਬਲ ਸਪਲਾਈ ਚੇਨ ਦੀ ਨਿਗਰਾਨੀ ਕਰਨ ਲਈ ਇੱਕ ਗਲੋਬਲ ਫਾਰਮਾ ਟੈਕਨੀਕਲ ਚੇਨ ਸਥਾਪਿਤ ਕੀਤੀ ਜਾ ਰਹੀ ਹੈ
ਜਿਸ ਵਿੱਚ ਸਰਕਾਰ 5 ਸਾਲਾਂ ਵਿੱਚ $500 ਮਿਲੀਅਨ ਦਾ ਨਿਵੇਸ਼ ਕਰੇਗੀ ਤੇ ਨਾਲ ਹੀ ਉਹਨਾਂ ਨੇ ਇਹ ਵੀ ਦੱਸਿਆ ਕਿ ਕੋਵਿਡ-19 ਦੇ ਵਾਧੇ ਮਾਮਲਿਆਂ ਦੇ ਮੱਦੇਨਜ਼ਰ ਪਾਬੰਦੀਆਂ 28 ਅਕਤੂਬਰ ਤੋਂ 29 ਦਿਨਾਂ ਲਈ ਹੋਰ ਲਾਗੂ ਰਹਿਣਗੀਆਂ। And I'm glad to be joined today by my Economic Development Minister, Vic Fideli, along with my Deputy Premier and Minister of Health, Christine Elliott, and our local champion for Mississauga Streetsville, MPP Nina Tangren. I'm going to give Nina a special shout out. Nina was instrumental in this making this happen. So Nina, you're amazing. And so was Mayor Crombie. Mayor Crombie is also here today. She's been an incredible partner here in Mississauga. We had a great conversation about supporting businesses and working together to provide immediate relief. So thank you, Mayor Crombie, for your true leadership. My friends, Ontario is home to the largest life sciences cluster in the entire country. We are titans of research and development, leading the creation of life-saving medicines and medical equipment. In fact, Ontario currently leads the country in clinical trials for the development of COVID-19 treatments and vaccines. Of course, Roche has also been a leader in its own right. This company has been at the forefront of developing rapid test kits and producing the reagent we need for testing. Both are absolutely critical in the fight against COVID-19. And all of this important work is happening here, right here in Ontario, right here in Mississauga. And today, we're here for another very important reason. We're here to announce some amazing news. Roche is investing $500 million over 5 years to establish a new global pharma technical operations hub here at their offices right here in Mississauga. ਰੋਸ਼ ਫਾਰਮਾਸਿਊਟੀਕਲ ਕੈਨੇਡਾ ਦੇ ਮੁਖੀ ਰੋਨੀ ਮਿਲਰ ਨੇ ਪ੍ਰੀਮੀਅਰ ਫੋਰਡ ਅਤੇ ਉਹਨਾਂ ਦੀ ਟੀਮ ਦਾ ਧੰਨਵਾਦ ਕੀਤਾ ਹੈ, ਕਿਉਂਕਿ ਉਹਨਾਂ ਦਾ ਮੰਨਣਾ ਹੈ ਕਿ ਕੋਰੋਨਾ ਦੇ ਦੌਰ ਵਿੱਚ ਲੋਕਾਂ ਦੀ ਸਿਹਤ ਸੰਬੰਧੀ ਉਤਾਰ ਚੜ੍ਹਾਅ ਲਗਾਤਾਰ ਵੇਖੇ ਜਾ ਰਹੇ ਨੇ। ਉਹਨਾਂ ਨੇ ਕਿਹਾ ਕਿ ਇਸ ਮੌਕੇ ਉਹਨਾਂ ਹੈਲਥ ਕੇਅਰ ਵਰਕਰਾਂ ਅਤੇ ਫਰੰਟ ਲਾਈਨ ਵਰਕਰਾਂ ਦਾ ਧੰਨਵਾਦ ਕਰਨਾ ਚਾਹੀਦਾ ਹੈ, ਜਿਨ੍ਹਾਂ ਨੇ ਇਸ ਔਖੇ ਦੌਰ ਦੇ ਵਿੱਚ ਅੱਗੇ ਹੋ ਕੇ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਈ ਹੈ। First, I'd like to personally thank Premier Ford, Deputy Premier Elliott, Minister Fideli, and their entire team for their tireless efforts in steering our province through such an unprecedented public health crisis. Your commitment to the people of Ontario is evident, and your solutions-oriented engagement with our industry is greatly welcomed. And on behalf of our entire industry, a tremendous thanks to all our healthcare workers across the province for all they are doing to save and improve patients' lives every single day. Now, as a leading healthcare company, Roche has been playing an active role in the fight against COVID-19. We have developed a growing number of diagnostic solutions, and we continue to identify, develop, and support potential therapies, each of which can play a role in treating the virus. Manufacturers and their suppliers around the globe are facing unprecedented pressure, and here at home we continue to work closely with the Ministry of Health and the laboratory network in Ontario and across the country to support capacity building and scale best practices to meet the challenge our healthcare system is facing. Roche is committed to working alongside all levels of government to create a sustainable and equitable healthcare system. But it's important to note that at a time when the world is looking to our industry for new therapeutics, vaccines and diagnostics, the federal government is implementing reforms that will limit our industry's ability to deliver new innovations Canadian patients are waiting for. Ontario ਦੀ ਪੀਲ ਰੀਜਨਲ ਪੁਲਿਸ ਨੇ 에ਅਰਲਾਈਨ ਟਿਕਟ ਘੁਟਾਲੇ ਦੇ ਸੰਬੰਧ ਵਿੱਚ ਪੰਜਾਬੀ ਮੂਲ ਦੀ ਇੱਕ ਔਰਤ ਅਮਰਜੀਤ ਕੌਰ ਸੈਣੀ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ। ਬ੍ਰੈਂਪਟਨ ਦੀ ਰਹਿਣ ਵਾਲੀ ਇਸ 41 ਸਾਲਾ ਔਰਤ ਤੇ 에ਅਰਲਾਈਨ ਦੀਆਂ ਟਿਕਟਾਂ ਵੇਚਣ ਸਮੇਂ ਲੋਕਾਂ ਨਾਲ ਧੋਖਾ ਕਰਨ ਦੇ ਦੋਸ਼ ਲਗਾਏ ਗਏ ਨੇ। ਫਿਲਹਾਲ ਕੁਝ ਸ਼ਰਤਾਂ ਤੈਅ ਕਰਕੇ ਉਸ ਨੂੰ ਰਿਹਾ ਜ਼ਰੂਰ ਕਰ ਦਿੱਤਾ ਗਿਆ ਅਤੇ ਉਸ ਨੂੰ ਮੁੜ 21 ਦਸੰਬਰ ਨੂੰ ਬ੍ਰੈਂਪਟਨ ਸਿਟੀ ਵਿਖੇ ਓਨਟਾਰੀਓ ਕੋਰਟ ਆਫ ਜਸਟਿਸ ਵਿੱਚ ਪੇਸ਼ ਹੋਣ ਲਈ ਕਿਹਾ ਗਿਆ। ਅਮਰਜੀਤ ਕੌਰ ਸੈਣੀ ਦੇ ਦੋਸ਼ ਨੇ ਕਿ ਉਸਨੇ ਆਪਣੇ ਆਪ ਨੂੰ ਏਅਰ ਕੈਨੇਡਾ ਦੀ ਮੁਲਾਜ਼ਮ ਦੱਸ ਕੇ ਸਾਲ 2018 ਅਤੇ 19 ਵਿੱਚ ਆਨਲਾਈਨ ਸਸਤੀਆਂ ਟਿਕਟਾਂ ਦੇਣ ਦੀ ਪੇਸ਼ਕਸ਼ ਕੀਤੀ ਹੈ ਅਤੇ ਫਿਰ ਏਅਰ ਟਿਕਟਾਂ ਖਰੀਦਣ ਦੇ ਚਾਹਵਾਨਾਂ ਨੇ ਸਸਤੀਆਂ ਟਿਕਟਾਂ ਦੇ ਲਾਲਚ ਵਿੱਚ ਆ ਕੇ ਉਸ ਨੂੰ ਟਿਕਟਾਂ ਦਾ ਭੁਗਤਾਨ ਕਰ ਦਿੱਤਾ। ਪਰ ਜਦੋਂ ਇਹ ਟਿਕਟਾਂ ਖਰੀਦਣ ਵਾਲੇ ਆਪਣੀ ਫਲਾਈਟ ਲੈਣ ਲਈ 에ਅਰਪੋਰਟ ਪਹੁੰਚੇ ਤਾਂ ਪਤਾ ਲੱਗਿਆ ਕਿ ਉਹਨਾਂ ਦੀਆਂ ਟਿਕਟਾਂ ਤਾਂ ਰੱਦ ਕਰ ਦਿੱਤੀਆਂ ਗਈਆਂ ਨੇ।
ਤੇ ਉਹਨਾਂ ਨੂੰ ਨਿਰਾਸ਼ ਹੋ ਕੇ ਦੁਖੀ ਹੋ ਕੇ ਆਪਣੇ ਘਰਾਂ ਨੂੰ ਵਾਪਸ ਪਰਤਣਾ ਪਿਆ। ਅਜਿਹੀਆਂ ਸ਼ਿਕਾਇਤਾਂ ਮਿਲਣ ਤੇ ਜਾਂਚ ਮੁੜ ਤੋਂ ਸ਼ੁਰੂ ਕੀਤੀ ਗਈ ਤਾਂ ਇਸ ਮਾਮਲੇ ਵਿੱਚ ਅਮਰਜੀਤ ਕੌਰ ਸੈਣੀ ਦਾ ਨਾਂ ਉਜਾਗਰ ਹੋਇਆ। ਅਤੇ ਜਾਂਚਕਾਰੀ ਟੀਮ ਮੁਤਾਬਕ ਹੁਣ ਤੱਕ 35,465 ਕੈਨੇਡੀਅਨ ਡਾਲਰ ਦੀ ਧੋਖੇਬਾਜ਼ੀ ਸਾਹਮਣੇ ਆ ਚੁੱਕੀ ਹੈ ਅਤੇ ਇਹ ਰਕਮ ਹੋਰ ਵੀ ਜ਼ਿਆਦਾ ਹੋ ਸਕਦੀ ਹੈ। ਕੈਨੇਡਾ ਵਿੱਚ ਬ੍ਰਿਟਿਸ਼ ਕੋਲੰਬੀਆ ਦੇ ਲਿਬਰਲ ਪਾਰਟੀ ਦੇ ਲੀਡਰ ਐਂਡਰਿਊ ਵਿਲਕਿੰਸਨ ਨੇ ਕਿਹਾ ਕਿ ਜੇਕਰ ਆਉਣ ਵਾਲੀਆਂ ਚੋਣਾਂ ਤੋਂ ਬਾਅਦ ਲਿਬਰਲ ਸਰਕਾਰ ਬਣਦੀ ਹੈ ਤਾਂ ਰਿਹਾਇਸ਼ੀ ਯੋਜਨਾ ਲਈ 1.75 ਬਿਲੀਅਨ ਡਾਲਰ ਦੀ ਰਾਸ਼ੀ ਖਰਚ ਕੀਤੀ ਜਾਵੇਗੀ, ਜਿਸ ਨਾਲ ਨਵੇਂ ਰਿਹਾਇਸ਼ੀ ਵਿਕਾਸ ਵਿੱਚ ਆਉਣ ਵਾਲੀਆਂ ਰੁਕਾਵਟਾਂ ਨੂੰ ਜ਼ਰੂਰ ਦੂਰ ਕੀਤਾ ਜਾਏਗਾ ਤੇ ਇਸ ਨਾਲ ਬ੍ਰਿਟਿਸ਼ ਕੋਲੰਬੀਆ ਦੇ ਲੋਕਾਂ ਲਈ ਕਿਰਾਏ ਅਤੇ ਫਿਰ ਘਰ ਮਾਲਕੀਅਤ ਵਧੇਰੇ ਕਿਫਾਇਤੀ ਬਣੇਗੀ। ਲਿਬਰਲ ਆਗੂ ਨੇ ਕਿਹਾ ਕਿ ਜੌਨ ਹੌਰਗਨ ਅਤੇ ਐਨਡੀਪੀ ਦੇ ਸਰਕਾਰ ਅਤੇ ਕਾਰਜਕਾਲ ਦੌਰਾਨ ਔਸਤਨ ਕਿਰਾਏ ਅਤੇ ਪ੍ਰਾਪਰਟੀ ਟੈਕਸ ਵਿੱਚ ਵਾਧਾ ਜਾਰੀ ਰਿਹਾ ਹੈ, ਜਿਸ ਕਾਰਨ ਬਹੁਤ ਘੱਟ ਲੋਕ ਹੀ ਮਕਾਨ ਖਰੀਦਣ ਦੇ ਸਮਰੱਥ ਹੋ ਸਕੇ ਨੇ। ਜੌਨ ਹੌਰਗਨ ਨੇ ਪਿਛਲੀਆਂ ਚੋਣਾਂ ਵਿੱਚ 1,14,000 ਹੋਰ ਕਿਫਾਇਤੀ ਘਰ ਬਣਾਉਣ ਦਾ ਵਾਅਦਾ ਕੀਤਾ ਸੀ। ਹੁਣ ਤੱਕ ਸਿਰਫ 2963 ਅਸਥਾਈ ਇਕਾਈਆਂ ਖੋਲੀਆਂ ਗਈਆਂ ਨੇ ਅਤੇ ਫਿਰ ਜਿਸ ਹਿਸਾਬ ਨਾਲ ਹੌਰਗਨ ਕੰਮ ਕਰ ਰਹੇ ਨੇ ਇਸ ਨਾਲ ਤਾਂ ਆਪਣਾ ਵਾਅਦਾ ਪੂਰਾ ਕਰਨ ਲਈ ਉਹਨਾਂ ਨੂੰ 100 ਸਾਲ ਤੋਂ ਵੱਧ ਦਾ ਸਮਾਂ ਲੱਗੇਗਾ। ਗੌਰਤਲਬ ਹੈ ਕਿ ਇਸ ਸਮੇਂ ਬ੍ਰਿਟਿਸ਼ ਕੋਲੰਬੀਆ ਦੀ ਹਾਊਸਿੰਗ ਮਾਰਕੀਟ ਵਿੱਚ ਵਿਸ਼ਵਾਸ ਮੁੜ ਬਹਾਲ ਕਰਨ ਅਤੇ ਫਿਰ ਬ੍ਰਿਟਿਸ਼ ਕੋਲੰਬੀਆ ਨੂੰ ਨਵਿਆਉਣ ਦੀ ਜ਼ਰੂਰਤ ਮਹਿਸੂਸ ਕੀਤੀ ਜਾ ਰਹੀ ਹੈ ਤਾਂ ਕਿ ਹਰ ਕਿਸੇ ਕੋਲ ਰਹਿਣ ਲਈ ਇੱਕ ਕਿਫਾਇਤੀ ਥਾਂ ਜ਼ਰੂਰ ਹੋਵੇ। ਤੇ ਹੁਣ ਗੱਲ ਕਰਦੇ ਹਾਂ ਨਿਊਜ਼ੀਲੈਂਡ ਦੀ, ਜਿੱਥੇ ਕਿ ਚੋਣਾਂ ਵਿੱਚ ਜੈਸਿੰਡਾ ਦੀ ਅਗਵਾਈ ਵਿੱਚ ਲੇਬਰ ਪਾਰਟੀ ਨੇ ਇਤਿਹਾਸਕ ਜਿੱਤ ਹਾਸਲ ਕਰ ਲਈ ਹੈ। ਵਿਰੋਧੀ ਧਿਰ ਨੈਸ਼ਨਲ ਪਾਰਟੀ ਦੀ ਨੇਤਾ ਜੁਡਿਥ ਵੱਲੋਂ ਵੀ ਜੈਸਿੰਡਾ ਨੂੰ ਵਧਾਈ ਦਿੱਤੀ ਗਈ ਹੈ। ਉਹਨਾਂ ਨੇ ਪਾਰਟੀ ਦੀ ਹਾਰ ਤੋਂ ਬਾਅਦ ਇੱਕ ਛੋਟੇ ਜਿਹੇ ਭਾਸ਼ਣ ਵਿੱਚ ਜੁਡਿਥ ਨੇ ਕਿਹਾ ਕਿ ਨੈਸ਼ਨਲ ਪਾਰਟੀ ਨੂੰ ਆਪਣੀ ਵੋਟ ਦੇਣ ਵਾਲਿਆਂ ਦਾ ਉਹ ਧੰਨਵਾਦ ਕਰਦੇ ਨੇ ਅਤੇ ਇਹਨਾਂ ਵੋਟਾਂ ਦਾ ਮੁੱਲ ਉਹ ਅਗਲੀਆਂ ਸੰਸਦੀ ਚੋਣਾਂ ਵਿੱਚ ਜ਼ਰੂਰ ਉਤਾਰਨਗੇ। ਕੰਜ਼ਰਵੇਟਿਵ ਵਿਚਾਰਾਂ ਵਾਲੀ ਮੁੱਖ ਵਿਰੋਧੀ ਨੈਸ਼ਨਲ ਪਾਰਟੀ ਦੀ ਨੇਤਾ 61 ਸਾਲਾ ਜੁਡਿਥ ਕਾਲਿੰਸ ਬ੍ਰਿਟੇਨ ਦੇ ਸਾਬਕਾ ਪ੍ਰਧਾਨ ਮੰਤਰੀ ਮਾਰਗਰੇਟ ਥੈਚਰ ਨੂੰ ਵੀ ਆਪਣਾ ਆਦਰਸ਼ ਮੰਨਦੇ ਨੇ। ਗੌਰਤਲਬ ਹੈ ਕਿ ਨਿਊਜ਼ੀਲੈਂਡ ਦੀਆਂ ਸੰਸਦੀ ਚੋਣਾਂ ਵਿੱਚ ਲੇਬਰ ਪਾਰਟੀ ਨੂੰ 48.9% ਤੇ ਕੁੱਲ 64 ਸੀਟਾਂ ਹਾਸਲ ਹੋਈਆਂ ਨੇ, ਜਦਕਿ 120 ਸੀਟਾਂ ਵਾਲੀ ਪਾਰਲੀਮੈਂਟ ਵਿੱਚ ਬਹੁਮਤ ਦਾ ਅੰਕੜਾ 61 ਮੰਨਿਆ ਜਾਂਦਾ ਹੈ। ਜੁਡਿਥ ਕਾਲਿੰਸ ਦੀ ਨੈਸ਼ਨਲ ਪਾਰਟੀ ਨੂੰ 27% ਦੀ ਵੋਟਾਂ ਹਾਸਲ ਹੋਈਆਂ ਤੇ 35 ਸੀਟਾਂ ਮਿਲੀਆਂ। ਉਧਰ ਏਸੀਟੀ ਨਿਊਜ਼ੀਲੈਂਡ ਪਾਰਟੀ ਨੂੰ 10 ਸੀਟਾਂ ਮਿਲੀਆਂ ਨੇ। ਗੌਰਤਲਬ ਹੈ ਕਿ ਜੈਸਿੰਡਾ ਹੁਣ ਲਗਾਤਾਰ ਦੂਜੀ ਵਾਰ ਪ੍ਰਧਾਨ ਮੰਤਰੀ ਦੀ ਕੁਰਸੀ ਤੇ ਬੈਠਣਗੇ। ਇਸ ਖੁਸ਼ੀ ਦੇ ਮੌਕੇ ਤੇ ਉਹਨਾਂ ਨੇ ਵੋਟਰਾਂ ਦਾ ਖਾਸ ਤੌਰ ਤੇ ਧੰਨਵਾਦ ਕੀਤਾ। ਬੀਤੇ ਦਿਨੀ ਆਸਟ੍ਰੇਲੀਆ ਨੇ ਨਿਊਜ਼ੀਲੈਂਡ ਦੇ ਲਈ ਆਪਣੀਆਂ ਸਰਹੱਦਾਂ ਖੋਲ੍ਹ ਦਿੱਤੀਆਂ ਨੇ। ਨਿਊਜ਼ੀਲੈਂਡ ਤੋਂ ਇੱਥੇ ਪਹੁੰਚੇ ਤਕਰੀਬਨ 80 ਯਾਤਰੀ ਪੱਛਮੀ ਆਸਟ੍ਰੇਲੀਆ ਚਲੇ ਗਏ ਨੇ। ਭਾਵੇਂ ਕਿ ਇਹ ਸੂਬਾ ਆਸਟ੍ਰੇਲੀਆ ਦੇ ਮੌਜੂਦਾ ਅੰਤਰਰਾਸ਼ਟਰੀ ਯਾਤਰਾ ਬਬਲ ਵਿਵਸਥਾ ਦਾ ਹਿੱਸਾ ਨਹੀਂ ਹੈ। ਪ੍ਰੀਮੀਅਰ ਮਾਰਕ ਨੇ ਇਸ ਬਾਰੇ ਬੋਲਦਿਆਂ ਕਿਹਾ ਕਿ ਨਿਊਜ਼ੀਲੈਂਡ ਤੋਂ ਇੱਕ ਬੱਚੇ ਸਮੇਤ ਤਕਰੀਬਨ 25 ਲੋਕ ਰਾਤੋਂ ਰਾਤ ਪਰਥ ਵਿੱਚ ਦਾਖਲ ਹੋ ਗਏ ਸਨ ਅਤੇ ਹੁਣ ਇਹ ਸਾਰੇ ਹੋਟਲ ਵਿੱਚ ਕੁਆਰੰਟਾਈਨ ਨੇ, ਜਦੋਂ ਕਿ ਬੱਚਾ ਇੱਕ ਪਰਿਵਾਰ ਮੈਂਬਰ ਦੇ ਨਾਲ ਕੁਆਰੰਟਾਈਨ ਵਿੱਚ ਹੈ। ਪ੍ਰੀਮੀਅਰ ਦਾ ਇਹ ਵੀ ਕਹਿਣਾ ਹੈ ਕਿ ਉਹਨਾਂ ਦੀ ਸਰਕਾਰ ਨੇ ਕੋਰੋਨਾ ਵਾਇਰਸ ਸੰਬੰਧੀ ਜਨਤਕ ਸਿਹਤ ਸਾਵਧਾਨੀਆਂ ਦੇ ਤਹਿਤ ਪਹੁੰਚਣ ਵਾਲੇ ਤਕਰੀਬਨ ਇਹਨਾਂ 25 ਲੋਕਾਂ ਦੀ ਪਛਾਣ ਕੀਤੀ ਹੈ। ਇਸ ਦੇ ਨਾਲ ਹੀ ਉਹਨਾਂ ਨੇ ਸੰਘੀ ਸਰਕਾਰ NSW ਅਤੇ ਉੱਤਰੀ ਖੇਤਰ ਦੇ 25 ਲੋਕਾਂ ਨੂੰ ਬਬਲ ਤੋਂ ਬਾਹਰ ਜਾਣ ਦੀ ਇਜਾਜ਼ਤ ਦੇਣ ਦੀ ਆਲੋਚਨਾ ਜ਼ਰੂਰ ਕੀਤੀ ਹੈ। ਹੁਣ ਇੱਕ ਦਿਲਚਸਪ ਖਬਰ ਵੱਲ ਤੁਹਾਨੂੰ ਲੈ ਕੇ ਚੱਲਦੇ ਹਾਂ। ਜੀ ਹਾਂ, ਪੰਜਾਬ ਦੇ ਅਬੋਹਰ ਮੂਲ ਦੀ ਰਹਿਣ ਵਾਲੀ ਭਾਰਤੀ ਅਮਰੀਕੀ ਸ਼੍ਰੀ ਸੈਣੀ ਨੂੰ ਮਿਸ ਵਰਲਡ ਅਮਰੀਕਾ ਬਿਊਟੀ ਵਿਦ ਅ ਪਰਪਸ ਰਾਸ਼ਟਰੀ ਰਾਜਦੂਤ ਦੇ ਰੂਪ ਵਿੱਚ ਚੁਣਿਆ ਗਿਆ। ਮਿਸ ਵਰਲਡ ਅਮਰੀਕਾ 2020 ਦੇ ਮੁਕਾਬਲੇ ਵਿੱਚ ਉਸਨੇ 6 ਇਨਾਮ ਜਿੱਤੇ ਨੇ। ਇਹਨਾਂ ਮੁਕਾਬਲਿਆਂ ਵਿੱਚ ਬਿਊਟੀ ਵਿਦ ਅ ਪਰਪਸ, ਇਨਫਲੂਐਂਸਰ ਚੈਲੰਜ, ਟੈਲੈਂਟ ਸ਼ੋਕੇਸ, ਹੈਡ ਟੂ ਹੈਡ ਚੈਲੰਜ, ਐਂਟਰਪ੍ਰੀਨਿਓਰ ਚੈਲੰਜ, ਟਾਪ ਮਾਡਲ ਚੈਲੰਜ ਅਤੇ ਨਾਲ ਹੀ ਪੀਪਲਸ ਚੁਆਇਸ ਸ਼ਾਮਲ ਨੇ। ਮਿਸ ਵਰਲਡ ਦੇ ਪ੍ਰਬੰਧਕਾਂ ਨੇ ਕਈ ਦੇਸ਼ਾਂ ਵਿੱਚ ਬਿਊਟੀ ਵਿਦ ਪਰਪਸ ਰਾਸ਼ਟਰੀ ਰਾਜਦੂਤ ਬਣਾਏ ਨੇ ਅਤੇ ਵਾਸ਼ਿੰਗਟਨ ਸੂਬੇ ਦੀ ਭਾਰਤੀ ਅਮਰੀਕਾ ਪ੍ਰਤੀਨਿਧ ਸ਼੍ਰੀ ਸੈਣੀ ਨੂੰ ਅਮਰੀਕਾ ਰਾਸ਼ਟਰੀ ਰਾਜਦੂਤ ਦੇ ਰੂਪ ਵਿੱਚ ਚੁਣਿਆ ਗਿਆ। ਜੀ ਹਾਂ, ਬਿਊਟੀ ਵਿਦ ਅ ਪਰਪਸ ਮਿਸ ਵਰਲਡ ਜਥੇਬੰਦੀ ਨੇ ਦੁਨੀਆ ਭਰ ਦੀਆਂ ਹਜ਼ਾਰਾਂ ਚੈਰਿਟੀ ਆਰਗੇਨਾਈਜੇਸ਼ਨਸ ਲਈ 1.3 ਬਿਲੀਅਨ ਡਾਲਰ ਦਾ ਫੰਡ ਵੀ ਤਿਆਰ ਕੀਤਾ। ਤੇ ਹੁਣ ਅਸੀਂ ਆਪਣੇ ਦਰਸ਼ਕਾਂ ਨੂੰ ਦੱਸਣਾ ਚਾਹਾਂਗੇ ਕਿ ਜੇਕਰ ਤੁਸੀਂ ਸਾਡੇ ਕੋਲ ਕਿਸੇ ਤਰ੍ਹਾਂ ਦੀ ਕੋਈ ਖਬਰ ਭੇਜਣਾ ਚਾਹੁੰਦੇ ਹੋ, ਕੋਈ ਜਾਣਕਾਰੀ ਸਾਡੇ ਤੱਕ ਪਹੁੰਚਾਉਣਾ ਚਾਹੁੰਦੇ ਹੋ, ਬਹੁਤ ਸੌਖਾ ਹੈ, ਸਾਨੂੰ ਤੁਸੀਂ ਈਮੇਲ ਕਰ ਸਕਦੇ ਹੋ। ਸਾਡਾ ਈਮੇਲ ਐਡਰੈਸ ਹੈ info@cktimetv.com। ਤੇ ਫਿਲਹਾਲ ਵਰਲਡ ਨਿਊਜ਼ ਵਿੱਚ ਬਸ ਨਹੀਂ ਅਤੇ ਮੈਨੂੰ ਯਾਨੀ ਪੁਲਿੰਦਰ ਸਿੰਘ ਵਿਰਮਾਨੀ ਅਤੇ ਮੈਨੂੰ ਮਨਵਿੰਦਰ ਕੌਰ ਨੂੰ ਦਿਓ ਇਜਾਜ਼ਤ। ਧੰਨਵਾਦ।